ਪੰਜਾਬੀ ਰੇਡੀਓ ਯੂਐਸਏ ਸੁਣ ਰਹੇ ਸਾਰੇ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਨੂੰ ਆਖਦੇ ਹਾਂ ਸੋ ਪ੍ਰੋਗਰਾਮ ਅਪਡੇਟ ਕੈਲੀਫੋਰਨੀਆ ਦੇ ਵਿੱਚ ਮੈਂ ਰਾਜਕਨਵੀਰ ਸਿੰਘ ਜੁੜ ਚੁੱਕੇ ਨੇ ਹਰਜੋਤ ਸਿੰਘ ਜੀ ਆਇਆਂ ਨੂੰ ਸਵਾਗਤ ਹੈ ਸਤਿ ਸ੍ਰੀ ਅਕਾਲ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਪੰਜਾਬੀ ਰੇਡੀਓ ਯੂਐਸਏ ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ AM ਸਟੇਸ਼ਨਸ FM ਸਟੇਸ਼ਨਸ ਘਰਾਂ ਦੇ ਵਿੱਚ ਰੇਡੀਓ ਸੈਟਸ ਦੇ ਰਾਹੀਂ ਟੈਲੀਫੋਨ ਦੇ ਰਾਹੀਂ ਫੇਸਬੁੱਕ YouTube ਤੇ ਲਾਈਵ ਦੇਖ ਰਹੇ ਹੋ ਸੁਣ ਰਹੇ ਹੋ ਸਾਰਿਆਂ ਨੂੰ ਜੀ ਆਇਆਂ ਨੂੰ ਤੇ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ੍ਰੀ ਅਕਾਲ। ਸਰੋਤਿਓ ਅੱਜ ਜਨਵਰੀ ਦੀ 23 ਤਰੀਕ ਆ ਤੇ ਦਿਨ ਸ਼ੁੱਕਰਵਾਰ ਆ। ਤੁਹਾਡੇ ਲਈ ਸ਼ਾਮ ਦਾ ਅਪਡੇਟ ਕੈਲੀਫੋਰਨੀਆ ਪ੍ਰੋਗਰਾਮ ਲੈ ਕੇ ਹਾਜ਼ਰ ਹੋਏ ਆ। ਸਾਡੇ ਅੱਜ ਦੇ ਇਸ ਪ੍ਰੋਗਰਾਮ ਨੂੰ ਤੁਹਾਡੇ ਸਾਰਿਆਂ ਤੱਕ ਪਹੁੰਚਾਉਣ 'ਚ ਸਹਿਯੋਗ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ, ਜਿਨ੍ਹਾਂ ਦੇ ਕੋਲੋਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਤੁਸੀਂ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ 408-272-2500। ਟਿਰਕਿਆਣਾ ਇਮੀਗ੍ਰੇਸ਼ਨ ਲਾ ਫਰਮ US ਇਮੀਗ੍ਰੇਸ਼ਨ ਦਾ ਹੋਵੇ ਕਿਸੇ ਵੀ ਤਰੀਕੇ ਦਾ ਕੰਮ, ਕਾਲ ਅਟਰਨੀ ਜੇ ਟਿਰਕਿਆਣਾ 415-909-0503। ਗੁਰਬਚਨ ਸਿੰਘ ਨਾਗਰਾ ਸੈਕਰਾਮੈਂਟੋ, ਕੁਲਵੰਤ ਸਿੰਘ ਜਸਪਾਲ ਕੌਰ ਜੌਹਲ, ਸਤਨਾਮ ਸਿੰਘ ਟਾਟਲਾ ਯੂਬਾ ਸਿਟੀ, ਗੁਰਦੇਵ ਸਿੰਘ ਸੋਹਲ, ਬਲਜਿੰਦਰ ਸਿੰਘ, ਰਿਸ਼ਪਾਲ ਕੌਰ ਜੌਹਲ ਐਂਟੀਲੋਪ, ਜਸਵਿੰਦਰ ਨਾਗਰਾ ਰੋਜ਼ਵਿਲ, ਅਵਤਾਰ ਸਿੰਘ ਮੰਜ਼ਿਲ ਕਲੋਵਿਸ, ਜੋਗਾ ਸਿੰਘ ਪੁਆਰ ਔਰੰਜਵੇਲ, ਸਰਬਜੀਤ ਸਿੰਘ ਧੂਤ ਯੂਬਾ ਸਿਟੀ, ਗੁਰਨੇਕ ਸਿੰਘ ਬਾਗੜੀ ਫਰੈਸਨੋ। ਸਾਰਿਆਂ ਦਾ ਧੰਨਵਾਦ। ਤੁਸੀਂ ਵੀ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਹੈ, ਸੰਪਰਕ ਕਰੋ 408-722-7698 ਜੀ। ਅੱਜ ਦੀਆਂ ਖਬਰਾਂ ਵੱਲ ਚਲੀਏ ਤੇ ਜਿਸ ਤਰ੍ਹਾਂ ਆਪਾਂ ਸਵੇਰੇ ਖਬਰ ਸਾਂਝੀ ਕੀਤੀ ਸੀ ਵੀ US ਵਰਲਡ ਹੈਲਥ ਆਰਗੇਨਾਈਜੇਸ਼ਨ ਤੋਂ ਬਾਹਰ ਹੋ ਗਿਆ ਹੈਗਾ, ਪਰ ਇੱਧਰ ਸਾਡੇ ਜਿਹੜੇ ਕੈਲੀਫੋਰਨੀਆ ਦੇ ਗਵਰਨਰ ਆ ਗੈਬਨ ਨਿਊਸਮ ਹੁਣੀ, ਉਹਨਾਂ ਨੇ ਅਨਾਊਂਸ ਕਰ ਦਿੱਤਾ ਹੈ ਵੀ US ਈਵਨ ਦੋ ਵਰਲਡ ਹੈਲਥ ਆਰਗੇਨਾਈਜੇਸ਼ਨ ਤੋਂ ਬਾਹਰ ਹੋ ਗਿਆ, ਪਰ ਆਪਾਂ ਜੋ ਆ ਕੈਲੀਫੋਰਨੀਆ ਸਟੇਟ ਜਿਹੜੀ ਆ ਉਹ ਜੁਆਇਨ ਕਰੂਗੀ ਵਰਲਡ ਹੈਲਥ ਆਰਗੇਨਾਈਜੇਸ਼ਨ ਨੂੰ ਔਰ ਗਲੋਬਲ ਆਊਟਬ੍ਰੇਕ ਅਲਰਟ ਤੇ ਹੋਰ ਰਿਸਪੌਂਸ ਨੈਟਵਰਕ ਦੇ ਲਈ, ਕਿਉਂਕਿ ਕੈਲੀਫੋਰਨੀਆ ਨੂੰ ਵੀ ਆਪਣੇ ਆਪ ਚੌਥੀ ਜਾਂ ਪੰਜਵੀਂ ਇਕਨੋਮੀ ਜਿਹੜਾ ਗਿਣਿਆ ਜਾ ਰਿਹਾ ਹੈਗਾ। ਨਿਊਸਮ ਹੋਣੀ ਇਸ ਹਫ਼ਤੇ ਵਰਲਡ ਇਕਨੋਮਿਕ ਫੋਰਮ ਜੋ ਡੈਵੋਸ ਹੋ ਰਹੀ ਸਵਿਟਜ਼ਰਲੈਂਡ 'ਚ ਉੱਥੇ ਪਹੁੰਚੇ ਸੀ। ਹੁਣ ਉਹ ਖਤਮ ਹੋ ਚੁੱਕੀ ਆ। ਉੱਥੇ ਉਹਨਾਂ ਨੂੰ ਬੋਲਣ ਦਾ ਸਮਾਂ ਤਾਂ ਨਹੀਂ ਦਿੱਤਾ ਕਿਉਂਕਿ ਜੋ ਅਮਰੀਕਾ ਦੀ ਸਰਕਾਰ ਆਈ ਥਿੰਕ ਵਿੱਚ ਇੰਟਰਫੀਅਰ ਕਰ ਗਈ ਟਰੰਪ ਐਡਮਿਨਿਸਟ੍ਰੇਸ਼ਨ, ਪਰ ਉਹਨਾਂ ਨੇ ਜੋ ਇੰਟਰਵਿਊਜ਼ ਦਿੱਤੀਆਂ, ਪ੍ਰੈਸ ਕਾਨਫਰੰਸ ਕੀਤੀ, ਉਹਦੇ ਵਿੱਚ ਉਹਨਾਂ ਨੇ ਇਹ ਸਾਰਾ ਕੁਝ ਦੱਸਿਆ ਭਈ ਆਪਾਂ ਜੋ ਕੈਲੀਫੋਰਨੀਆ ਆ ਉਹ ਵਰਲਡ ਹੈਲਥ ਆਰਗੇਨਾਈਜੇਸ਼ਨ ਦਾ ਹਿੱਸਾ ਰਹੇਗੀ। ਜੀ। ਅਗਲੀ ਜਿਹੜੀ ਹਰਜੋਤ ਸਿੰਘ ਜੀ ਖਬਰ ਉਸ ਉੱਤੇ ਗੱਲ ਕਰਦੇ ਜਾਈਏ। ਕੈਲੀਫੋਰਨੀਆ ਦੇ ਰਿਪਬਲਿਕਨਸ ਆ, ਉਹਨਾਂ ਨੇ ਇੱਕ ਵਾਰੀ ਫਿਰ US ਦੇ ਸੁਪਰੀਮ ਕੋਰਟ ਨੂੰ ਇਸ ਵਾਰ ਆਖਿਆ ਆ ਵੀ ਜਿਹੜਾ ਪ੍ਰੋਪ 50 ਦੇ ਤਹਿਤ ਨਵੇਂ ਕਾਂਗਰੈਸ਼ਨਲ ਮੈਪ ਬਣਨੇ ਨੇ ਉਸ ਦੇ ਉੱਤੇ ਬਲੌਕ ਲਾਇਆ ਜਾਵੇ। ਐਮਰਜੈਂਸੀ ਫਾਈਲਿੰਗ ਕੀਤੀ ਗਈ ਆ, ਜਿਸ ਦੇ ਤਹਿਤ ਸੁਪਰੀਮ ਕੋਰਟ ਤੋਂ ਇਸ ਦੇ ਉਲਟ ਇੰਜੰਕਸ਼ਨ ਦੀ ਮੰਗ ਕੀਤੀ ਆ। ਕੈਲੀਫੋਰਨੀਆ ਦੇ ਗਵਰਨਰ ਗੈਵਿਨ ਨਿਊਸਮ ਨੇ ਟੈਕਸਸ ਦੇ ਦੁਆਰਾ ਜੈਰੀਮੈਂਡਰਿੰਗ ਦੇ ਜਿਹੜੇ ਇੱਕ ਹਿਸਾਬ ਦੇ ਨਾਲ ਉਸ ਦੇ ਉਲਟ ਜਾਂ ਉਸ ਦੇ ਬਰਾਬਰ ਕੈਲੀਫੋਰਨੀਆ ਦੇ ਵਿੱਚ ਜੈਰੀਮੈਂਡਰਿੰਗ ਕਰਕੇ ਨਵੇਂ ਜਿਹੜੇ ਮੈਪ ਆ ਉਹ ਬਣਾਉਣ ਦੀ ਗੱਲ ਆਖੀ ਸੀ। ਹੁਣ ਕੈਲੀਫੋਰਨੀਆ ਦੀ ਰਿਪਬਲਿਕਨ ਪਾਰਟੀ ਇਸੇ ਦੇ ਉਲਟ US ਸੁਪਰੀਮ ਕੋਰਟ ਦੇ ਕੋਲ ਪਹੁੰਚੀ ਆ। ਪਾਰਟੀ ਨੇ ਜਸਟਿਸ ਅਲੀਨਾ ਕੇਗਨ ਉਹਨਾਂ ਨੂੰ ਦਰਕਾਰ ਲਾਈ ਆ ਵੀ ਜਿਨ੍ਹਾਂ ਨੇ ਅਸਾਈਨ ਕੀਤਾ ਆ 9th ਸਰਕਟ ਨੂੰ ਸੁਪਰਵਾਈਜ਼ਰੀ ਕਪੈਸਿਟੀ ਦੇ ਵਿੱਚ ਇਹਨਾਂ ਐਮਰਜੈਂਸੀ ਫਾਈਲਿੰਗਸ ਨੂੰ ਦੇਖਣ ਦੇ ਲਈ। ਉਹਨਾਂ ਨੇ ਇਹ ਕਿਹਾ ਵੀ ਸਾਨੂੰ ਇਸ਼ੂ ਕੀਤਾ ਜਾਵੇ ਇੱਕ ਇੰਜੰਕਸ਼ਨ, ਰੋਕਿਆ ਜਾਵੇ ਇਸ ਨੂੰ 9 ਫਰਵਰੀ ਤੋਂ ਪਹਿਲਾਂ ਜਦੋਂ ਕੈਲੀਫੋਰਨੀਆ ਦੇ ਕੈਂਡੀਡੇਟਸ 2026 ਦੀਆਂ ਪ੍ਰਾਇਮਰੀਜ਼ ਜੋ ਜੂਨ ਦੇ ਵਿੱਚ ਹੋਣੀਆਂ ਆ, ਉਸ ਤੋਂ ਪਹਿਲਾਂ ਆਪਣੀ ਜਿਹੜੀ ਫਾਈਲਿੰਗ ਆ ਉਹ ਕਰਨੀ ਸ਼ੁਰੂ ਕਰਨਗੇ। ਸੋ ਨਵੇਂ ਮੈਪ ਦੇ ਨਾਲ ਜਿਹਨੂੰ ਵੋਟਰਸ ਨੇ ਐਂਡੋਰਸ ਕੀਤਾ ਸੀ ਪ੍ਰੋਪ 50 ਨੂੰ ਰੀਡਿਸਟ੍ਰਿਕਟਿੰਗ ਦੇ ਬਰਾਬਰ ਜਾਂ ਉਸ ਦੇ ਉਲਟ ਇਹਨਾਂ ਦੇ ਦੁਆਰਾ ਇਹ ਕਾਰਵਾਈ ਕੀਤੀ ਗਈ ਸੀ। ਉੱਥੇ ਰਿਪਬਲਿਕਨਸ ਨੇ ਆਪਣੇ ਕੁਝ ਸੀਟਾਂ ਆਪਣੇ ਹੱਕ ਦੇ ਵਿੱਚ ਲੈਣੀਆਂ ਸੀ ਤੇ ਇੱਥੇ ਪ੍ਰੋਪ 50 ਦੇ ਨਾਲ ਕੈਲੀਫੋਰਨੀਆ ਦੇ ਵਿੱਚ ਡੈਮੋਕ੍ਰੇਟਸ ਕਹਿੰਦੇ ਵੀ ਅਸੀਂ ਉਸ ਦੇ ਬਰਾਬਰ ਸੀਟਾਂ ਜਿਹੜੀਆਂ ਆ ਉਹ ਜਿੱਤਾਂਗੇ। ਸੋ ਰਿਪਬਲਿਕਨਸ ਦੀ ਇਸ ਟਾਈਮ ਸਲਿਮ ਮੈਜੋਰਿਟੀ ਆ ਦੋਨਾਂ ਹੀ ਸਦਨਾਂ ਦੇ ਵਿੱਚ, ਚਾਹੇ ਉਹ ਹਾਊਸ ਆ ਤੇ ਚਾਹੇ ਸੈਨੇਟ ਹੈਗਾ ਆ। ਟਰੰਪ ਹੋਣਾ ਨੇ ਪਹਿਲਾਂ ਹੀ ਆਖਿਆ ਹੋਇਆ ਆ ਵੀ ਜੇ ਮਿਡ ਟਰਮ ਦੇ ਵਿੱਚ ਡੈਮੋਕ੍ਰੇਟਸ ਜਿੱਤ ਗਏ ਤੇ ਰਿਪਬਲਿਕਨਸ ਹਾਰ ਗਏ ਤਾਂ ਮੇਰੀ ਪ੍ਰੈਜ਼ੀਡੈਂਸੀ ਖਤਮ ਸਮਝੋ। ਕੱਲਾ ਉਹ ਕਹਿੰਦੇ ਖਤਮ ਹੀ ਨਾ ਸਮਝੋ, ਮੈਨੂੰ ਜਿਹੜਾ ਆ ਉਹ ਇੰਪੀਚ ਵੀ ਜਿਹੜਾ ਕਰ ਦੇਣਗੇ। ਸੋ ਹੁਣ ਸੁਪਰੀਮ ਕੋਰਟ ਦੇ ਮੋਹਰੇ ਗੁਹਾਰ ਲਾ ਰਹੇ ਨੇ ਕੈਲੀਫੋਰਨੀਆ ਦੇ ਰਿਪਬਲਿਕਨਸ
ਵੀ ਭਾਈ ਇਸ ਮੈਪਸ ਨੂੰ ਰੋਕਿਆ ਜਾਵੇ। ਅਗਲੀ ਖਬਰ ਵੱਲ ਚਲੀਏ ਤੇ ਕੈਲੀਫੋਰਨੀਆ ਦੇ ਜੋ ਕਾਂਗਰਸਮੈਨ ਆ ਉਹਨਾਂ ਨੇ ਇਹ ਕਿਹਾ ਵੀ ਜੋ ਕੈਲੀਫੋਰਨੀਆ ਦਾ ਹਾਈ ਸਪੀਡ ਰੇਲ ਫੈਡਰਲ ਫੰਡਿੰਗ ਆ ਉਹ ਪਰਮਾਨੈਂਟਲੀ ਕੱਟ ਆਫ ਕੀਤੀ ਜਾ ਸਕਦੀ ਹੈਗੀ ਆ। ਕੈਵਿਨ ਕਾਲੀ ਰਿਪਬਲਿਕਨ ਆ, ਇਹ ਕੈਲੀਫੋਰਨੀਆ ਦੇ ਡਿਸਟ੍ਰਿਕਟ 3 ਨੂੰ ਰਿਪਰੈਜ਼ੈਂਟ ਕਰਦੇ ਹੈਗੇ ਆ। ਤੇ ਉਹਨਾਂ ਨੇ ਇਹ ਕਿਹਾ ਵੀ ਕੈਲੀਫੋਰਨੀਆ ਹਾਈ ਸਪੀਡ ਰੇਲ ਅਥਾਰਟੀ ਇਨ ਐਲੀਜੀਬਲ ਆ ਫਿਊਚਰ ਫੈਡਰਲ ਫੰਡਿੰਗ ਦੇ ਲਈ। ਇੱਕ ਜਿਹੜਾ ਬਿੱਲ ਆ ਜਿਹਦੇ ਵਿੱਚ ਕੈਲੀ ਨੇ ਸੈਕਸ਼ਨ ਪਾਇਆ ਸੀ ਜੋ ਯੂਐਸ ਹਾਊਸ ਆਫ ਰਿਪਰੈਜ਼ੈਂਟੇਟਿਵ ਨੇ ਉਹ ਪੇਸ਼ ਵੀ ਕੀਤਾ ਸੀ। ਉਹਦੇ ਵਿੱਚ ਉਹਨਾਂ ਨੇ ਇਸ ਪ੍ਰੋਜੈਕਟ ਦਾ ਕ੍ਰਿਟਿਸਿਜ਼ਮ ਵੀ ਕੀਤਾ ਸੀ ਵੀ ਇਹ ਕਹਿੰਦੇ ਵੀ ਟੈਕਸਟ ਬੁੱਕ ਐਗਜ਼ਾਮਪਲ ਆਫ ਗਵਰਨਮੈਂਟ ਫੇਲਰ ਹੈਗਾ ਆ। ਸੋ ਤੁਹਾਨੂੰ ਯਾਦ ਹੋਊਗਾ ਜਦੋਂ ਇਹ ਪ੍ਰੋਜੈਕਟ ਸ਼ੁਰੂ ਹੋਇਆ ਸੀ ਉਸ ਟਾਈਮ ਤੋਂ ਇੱਕ ਜੈਪਨੀਜ਼ ਕੰਪਨੀ ਨੂੰ ਵੀ ਇੱਕ ਤਰ੍ਹਾਂ ਦੇ ਨਾਲ ਜੋ ਕੰਟਰੈਕਟ ਦੇਣ ਦੀ ਗੱਲਬਾਤ ਹੋਈ ਸੀ, ਪਰ ਬਾਅਦ ਦੇ ਵਿੱਚ ਇਹਨਾਂ ਨੇ ਕਿਹਾ ਵੀ ਨਹੀਂ ਅਸੀਂ ਆਪ ਹੀ ਬਣਾਉਣਾ ਹੈ, ਯੂਨੀਅਨਸ ਇਨਵੋਲਵ ਹੋ ਗਈਆਂ ਤੇ ਉਹ ਜਿੰਨੇ ਦਾ ਪ੍ਰੋਜੈਕਟ ਬਣਨਾ ਸੀ, ਜਿੰਨੇ ਸਮੇਂ 'ਚ ਬਣਨਾ ਸੀ ਉਹ ਤੋਂ 10 ਟਾਈਮ ਜ਼ਿਆਦਾ ਵੀ ਜਿਹੜਾ ਉਹਦੇ ਤੇ ਖਰਚਾ ਹੋ ਚੁੱਕਾ ਹੈਗਾ ਆ। ਇਹ ਪ੍ਰੋਜੈਕਟ ਨੂੰ ਕਹਿੰਦੇ ਵੀ ਕਾਫੀ ਸਾਲ ਪਹਿਲਾਂ ਖਤਮ ਹੋ ਜਾਣਾ ਚਾਹੀਦਾ ਸੀ, ਪਰ ਇਹ ਫੇਲਡ ਹੋਇਆ ਟੂ ਡਿਲੀਵਰ ਔਨ ਇਟਸ ਪ੍ਰੋਮਿਸਿਸ। ਬਿਲੀਅਨਸ ਆਫ ਡਾਲਰ ਓਵਰ ਦਾ ਬਜਟ ਲੱਗ ਗਏ ਆ, ਕੈਲੀ ਉਹਨਾਂ ਨੇ ਦੱਸਿਆ ਹੈਗਾ। ਕਹਿੰਦੇ ਟੈਕਸ ਪੇਅਰ ਨੂੰ ਇਹ ਫੋਰਸ ਨਹੀਂ ਕੀਤਾ ਜਾਣਾ ਚਾਹੀਦਾ ਵੀ ਧੱਕੇ ਦੇ ਨਾਲ ਵੀ ਇਹ ਜਿਹੜੀ ਫੰਡਿੰਗ ਆ ਇਸ ਪ੍ਰੋਜੈਕਟ ਦੇ ਲਈ ਦਿੱਤੀ ਜਾਵੇ। ਹਾਊਸ ਫਲੋਰ ਦੇ ਉੱਤੇ ਵੀਰਵਾਰ ਰਾਤ ਨੂੰ ਕੈਬਨ ਕੈਲੀ ਹੁਣੀ ਇਹ ਕਿਹਾ ਵੀ ਹਾਈ ਸਪੀਡ ਰੀਲ ਪ੍ਰੋਜੈਕਟ ਜੋ ਆ ਇਹ ਬਿਗੇਸਟ ਪਬਲਿਕ ਇਨਫਰਾਸਟ੍ਰਕਚਰ ਫੇਲਰ ਆ ਯੂਐਸ ਦੀ ਹਿਸਟਰੀ ਦੇ ਵਿੱਚ। ਇੱਕ ਸਪੋਕਸਮੈਨ ਜੋ ਹੈਗੇ ਕੈਲੀਫੋਰਨੀਆ ਹਾਈ ਸਪੀਡ ਰੇਲ ਅਥਾਰਟੀ ਦੇ, ਉਹਨਾਂ ਨੇ ਇਹ ਕਿਹਾ ਆ ਵੀ ਹਜੇ ਪੈਂਡਿੰਗ ਲਾਸੂਟ ਚੱਲ ਰਿਹਾ, ਪੈਂਡਿੰਗ ਲੈਜਿਸਲੇਸ਼ਨ, ਤੇ ਅਸੀਂ ਜਿਹੜਾ ਆ ਇਹਦੇ ਉੱਤੇ ਕੋਈ ਕਿਸੇ ਤਰ੍ਹਾਂ ਦੀ ਟਿੱਪਣੀ ਕਰਨਾ ਨਹੀਂ ਚਾਹੁੰਦੇ ਹੈਗੇ। ਜੀ। ਅਗਲੀ ਹਰਜੋਤ ਸਿੰਘ ਜੀ ਗੱਲ ਆਪਾਂ ਕਰਦੇ ਜਾਈਏ, ਰੋਬੋ ਕਾਲਸ ਦੇ ਵਿੱਚ ਬਹੁਤ ਹੀ ਜ਼ਿਆਦਾ ਵਾਧਾ ਹੋਇਆ ਆ। ਪਿਛਲੇ ਸਾਲ ਜਿਹੜੇ ਯੂਐਸ ਕੰਜ਼ਿਊਮਰ ਕੰਪਲੇਂਟਸ ਆ ਰੋਬੋ ਕਾਲਸ ਦੇ ਉਲਟ ਬਹੁਤ ਜ਼ਿਆਦਾ ਵਧੀਆਂ ਹੈਗੀਆਂ ਆ। ਕਹਿੰਦੇ ਵੀ ਕੈਲੀਫੋਰਨੀਆ ਦੀਆਂ ਟੈਕ ਕੰਪਨੀਜ਼ ਫਾਈਟ ਬੈਕ ਤਾਂ ਜਿਹੜੀ ਉਹ ਕਰ ਰਹੇ ਹੈਗੇ ਆ। 40 ਬਿਲੀਅਨ ਜਿਹੜੀਆਂ ਹਰਜੋਤ ਸਿੰਘ ਜੀ ਰੋਬੋ ਕਾਲਸ ਪਹਿਲੇ 9 ਮਹੀਨਿਆਂ 'ਚ 2025 ਦੇ 2025 ਦੇ ਵਿੱਚ ਰਿਕਾਰਡ ਕੀਤੀਆਂ ਗਈਆਂ। ਯੂਮੇਲ ਨੇ ਇਹ ਜਿਹੜਾ ਡਾਟਾ ਆ ਉਹ ਸ਼ੇਅਰ ਕੀਤਾ ਆ। ਸੋ ਪਿਛਲੇ ਸਾਲ ਦੇ ਮੁਕਾਬਲੇ 5% ਵੱਧ ਹੈਗੀਆਂ ਆ। ਕਹਿੰਦੇ ਵੀ ਇਹ ਜਿਹੜੀਆਂ ਰੋਬੋ ਕਾਲਸ ਆ ਟੈਲੀਫੋਨ ਕੰਜ਼ਿਊਮਰ ਪ੍ਰੋਟੈਕਸ਼ਨ ਐਕਟ ਉਸ ਨੂੰ ਵਾਇਲੇਟ ਕਰਦੀਆਂ ਆ। ਇਸ ਦੇ ਵਿੱਚ ਵੈਸੇ ਉਹ ਇਲੀਗਲ ਹੈਗਾ ਕਿਸੇ ਨੂੰ ਵੀ ਅਨਸੋਲਿਸਿਟਡ ਆਟੋਮੇਟਿਡ ਪ੍ਰੀ ਰਿਕਾਰਡਡ ਕਾਲਸ ਜਿਹੜੀਆਂ ਉਹ ਕਰਨੀਆਂ, ਪਰ ਉਸ ਦੇ ਬਾਵਜੂਦ ਬਾਹਰਲੇ ਮੁਲਕਾਂ ਤੋਂ ਬੈਠੇ ਲੋਕ ਜਾਂ ਇੱਥੋਂ ਵੀ ਜਿਹੜੇ ਰੋਬੋ ਕਾਲਸ ਆ ਉਹ ਕਰੀ ਜਾ ਰਹੇ ਆ। ਸੋ ਤਕਰੀਬਨ 41 ਬਿਲੀਅਨ ਕਾਲਸ, ਮਿਲੀਅਨ ਨਹੀਂ ਬਿਲੀਅਨ, 40.8 ਜਾਂ ਕਹਿ ਲਓ ਵੀ ਤਕਰੀਬਨ 41 ਬਿਲੀਅਨ ਕਾਲਸ ਜਿਸ ਦੇ ਵਿੱਚ ਹੋਈਆਂ ਹੈਗੀਆਂ ਆ। ਸੋ ਕਈ ਜਿਹੜੀਆਂ ਕੰਪਨੀਆਂ ਉਹ ਕਹਿੰਦੇ ਵੀ ਅਸੀਂ ਲਾਸੂਟ ਫਾਈਲ ਕੀਤੇ ਆ ਡਿਫਰੈਂਟ ਫੈਡਰਲ ਕੋਰਟਸ ਦੇ ਵਿੱਚ, ਕਈ ਟਰੈਕ ਕੀਤੇ ਆ, ਰਿਕਾਰਡ ਕੀਤੀਆਂ ਨੇ, ਹਜ਼ਾਰਾਂ ਹੀ ਜਿਹੜੀਆਂ ਉਹ ਹੈਗੀਆਂ, ਪਰ ਕਹਿੰਦੇ ਵੀ ਇਹ ਫਿਰ ਵੀ ਆਈ ਜਾ ਰਹੀਆਂ ਹੈਗੀਆਂ ਆ। ਸੋ ਕਹਿੰਦੇ ਵੀ 250,000 ਤੋਂ ਵੱਧ ਅਨਯੂਜ਼ਡ ਫੋਨ ਲਾਈਨਸ ਨੇ, ਉਹਨਾਂ ਦੀ ਵਰਤੋਂ ਕਿਤੇ ਨਾ ਕਿਤੇ ਕੰਪਨੀਆਂ ਕਰੀ ਜਾ ਰਹੇ ਆ। ਕੈਲੀਫੋਰਨੀਆ ਦੇ ਅਟਾਰਨੀ ਜਨਰਲ ਰੌਬ ਬੌਂਟਾ ਉਹ ਕਹਿੰਦੇ ਵੀ ਅਸੀਂ ਲੀਗਲ ਐਕਸ਼ਨ ਵੀ ਉਹਨਾਂ ਨੇ ਜਿਹੜਾ ਉਹ ਲਿਆ ਆ। ਇੱਕ ਐਵਿਡ ਟੈਲੀਕਾਮ ਦੇ ਉਲਟ ਮਲਟੀ ਸਟੇਟ ਲਾਸੂਟ ਹੋਇਆ ਹੈ ਜਿਨ੍ਹਾਂ ਨੇ ਬਿਲੀਅਨਸ ਆਫ ਇਲੀਗਲ ਰੋਬੋ ਕਾਲਸ ਕੀਤੀਆਂ ਹੈਗੀਆਂ, ਪਰ ਅਜੇ ਤੱਕ ਉਸ ਦਾ ਕੋਈ ਫੈਸਲਾ ਨਹੀਂ ਆਇਆ। ਇੱਕ ਨਵਾਂ ਐਨਾਲਿਸਿਸ ਜੋ ਆਇਆ ਐਫਸੀਸੀ ਦੇ ਡਾਟੇ ਦਾ, ਉਹਦੇ ਵਿੱਚ ਇਹ ਕਹਿੰਦੇ ਵੀ 50% ਯੂਐਸ ਫੋਨ ਕੰਪਨੀਜ਼ ਉਹ ਕੰਪਲਾਈ ਨਹੀਂ ਕਰਦੀਆਂ ਫੈਡਰਲ ਜਿਹੜੀ ਇਹਦੀਆਂ ਰੈਗੂਲੇਸ਼ਨਸ ਆ ਉਸ ਦੇ ਜਿਹੜਾ ਉਹ ਤਹਿਤ ਰੋਬੋ ਕਾਲ ਲਾ ਦੇ ਨਾਲ ਵੀ ਕਹਿੰਦੇ ਵੀ ਜਿਹੜੀਆਂ ਫੋਨ ਕੰਪਨੀਜ਼ ਆ ਇਹਨਾਂ ਨੂੰ ਫੈਡਰਲੀ ਜਿਹੜੇ ਰੋਬੋ ਕਾਲ ਲਾ ਦੇ ਤਹਿਤ ਮੈਂਡੇਟਡ ਆ ਸੌਫਟਵੇਅਰ ਲਾਉਣ ਦੇ ਲਈ, ਇੰਸਟਾਲ ਕਰਨ ਦੇ ਲਈ ਤੇ ਐਂਟੀ ਰੋਬੋ ਕਾਲ ਪਾਲਿਸੀਜ਼ ਬਣਾਉਣ ਦੇ ਲਈ ਇਹ ਖੁਦ ਵੀ ਇਹ ਨਹੀਂ ਕਰ ਰਹੀਆਂ ਹੈਗੀਆਂ। ਅਗਲੀ ਖਬਰ ਵੱਲ ਚਲੀਏ, ਕੈਲੀਫੋਰਨੀਆ ਦੇ ਵਿੱਚ ਕਹਿੰਦੇ ਬਈ ਮਿਨੀਐਪਲਸ ਨਾਲੋਂ ਵੀ ਜ਼ਿਆਦਾ ਵੱਡਾ ਜਿਹੜਾ ਫਰਾਡ ਆ ਇਹ ਹੋਇਆ ਹੈਗਾ। ਇਹ ਕਹਿ ਰਿਹਾ ਆ ਸਾਡੇ ਵਾਈਸ ਪ੍ਰੈਜ਼ੀਡੈਂਟ JD ਵੈਂਸ ਹੁਣੀ, ਕਹਿੰਦੇ ਵੀ $7 ਬਿਲੀਅਨ ਦਾ ਜਿਹੜਾ ਫਰਾਡ ਹੋਇਆ ਹੈਗਾ। ਕਹਿੰਦੇ ਭਈ ਇਹ ਜੋ ਫਰਾਡ ਪ੍ਰੋਬਲਮ ਆ ਮਿਨੀਸੋਟਾ ਤੋਂ ਕਿਤੇ ਵੱਧ ਹੈਗੀ ਆ। ਉਹਨਾਂ ਨੂੰ ਕਹਿੰਦੇ ਭਈ US ਦੇ ਜੋ ਸਮਾਲ ਬਿਜ਼ਨਸ ਐਡਮਿਨਿਸਟ੍ਰੇਸ਼ਨ ਆ
ਉਹਨਾਂ ਨੇ ਸ਼ੌਕਿੰਗ ਨਿਊਜ਼ ਦਿੱਤੀ ਹੈਗੀ ਆ। ਸੋ ਇਸ ਸੰਬੰਧ ਦੇ ਵਿੱਚ ਉਹ ਕਹਿੰਦੇ ਵੀ ਅਸੀਂ ਕੈਲੀਫੋਰਨੀਆ ਦੇ ਵਿੱਚ ਵੀ ਪੂਰੀ ਜਿਹੜੀ ਆ ਇਨਵੈਸਟੀਗੇਸ਼ਨ ਕਰਾਂਗੇ। ਕਹਿੰਦੇ ਵੀ ਯੂਜੂਅਲੀ ਜਿਹੜੀਆਂ ਬਲੂ ਸਟੇਟਸ ਆ ਉਹਨਾਂ ਦੇ ਵਿੱਚ ਇਹ ਸਾਰਾ ਕੁਝ ਬਹੁਤ ਵਾਪਰਿਆ ਹੈਗਾ। ਕਹਿੰਦੇ ਵੀ ਜੇ ਟੈਕਸਸ ਵਰਗੀ ਸਟੇਟ 'ਚ ਵੀ ਦੇਖ ਲਓ, ਉੱਥੇ ਕਈ ਜਿਹੜੇ ਬਲੂ ਸਿਟੀਜ਼ ਹੈਗੀਆਂ ਉੱਥੇ ਵੀ ਨਹੀਂ ਇਦਾਂ ਦੀ ਚੀਜ਼ ਵਾਪਰੀ ਹੈਗੀ ਜਿੱਦਾਂ ਦੀ ਕੈਲੀਫੋਰਨੀਆ 'ਚ ਵਾਪਰੀ ਹੈਗੀ ਆ। ਇਸ ਮਹੀਨੇ ਦੇ ਸ਼ੁਰੂਆਤ ਦੇ ਵਿੱਚ ਡਿਪਾਰਟਮੈਂਟ ਆਫ ਹੋਮਲੈਂਡ ਸਿਕਿਉਰਿਟੀ ਨੇ ਇੱਕ ਮੇਜਰ ਫਰਾਡ ਇਨਵੈਸਟੀਗੇਸ਼ਨ ਮਿਨੇਸੋਟਾ ਦੇ ਵਿੱਚ ਸ਼ੁਰੂ ਕੀਤੀ ਸੀ, ਖਾਸ ਕਰਕੇ ਟਾਰਗੇਟਿੰਗ ਰਿਫਿਊਜੀ ਐਪਲੀਕੇਸ਼ਨਸ ਦੇ ਸੰਬੰਧ ਦੇ ਵਿੱਚ ਤੇ ਆਫੀਸ਼ੀਅਲੀ ਰੀ-ਐਗਜ਼ਾਮਿਨਿੰਗ ਥਾਊਜ਼ੈਂਡਸ ਆਫ ਕੇਸਿਸ ਐਂਡ ਰੈਫਰਿੰਗ ਸਸਪੈਕਟਡ ਜੋ ਵਾਇਲੇਸ਼ਨਸ ਟੂ ਆਈਸ। ਸੋ ਦੁਬਾਰਾ ਕੀ ਫੇਰ ਉਹਨਾਂ ਦੇ ਕੇਸ ਖੋਲੇ ਗਏ ਸੀਗੇ। ਪਿਛਲੇ ਦਿਨਾਂ ਦੇ ਵਿੱਚ ਉੱਥੇ ਚਾਈਲਡ ਕੇਅਰ ਫੰਡਿੰਗ ਨੂੰ ਲੈ ਕੇ ਕਿਸ ਤਰ੍ਹਾਂ ਜੋ 92 ਸਕੂਲ ਜਿਹੜੇ ਆ ਉਹਨਾਂ 'ਚੋਂ 87 ਸਕੂਲ ਜਿਹੜੇ ਆ ਉਹ ਸਮਾਲੀਅਨ ਮੂਲ ਦੇ ਲੋਕਾਂ ਦੇ ਸੀ। ਉਹਨਾਂ ਦੇ ਵਿੱਚ ਇਹ ਦੇਖਿਆ ਗਿਆ ਵੀ ਸਟੂਡੈਂਟ ਨਹੀਂ ਸੀਗੇ। ਸੋ ਅੱਜ ਕਿਉਂਕਿ ਅੱਜ ਦੀ ਡੇਟ ਦੇ ਵਿੱਚ ਸਭ ਤੋਂ ਜ਼ਿਆਦਾ ਜਿਹੜੀ ਆਈਸ ਦੀ ਐਕਟੀਵਿਟੀ ਆ ਉਹ ਮਿਨੇਐਪਲਸ ਦੇ ਵਿੱਚ ਹੋ ਰਹੀ ਹੈਗੀ ਆ ਤੇ ਅੱਜ ਮਿਨੇਐਪਲਸ ਦੇ ਵਿੱਚ ਬਹੁਤ ਵੱਡਾ ਜਿਹੜਾ ਪ੍ਰੋਟੈਸਟ ਹੋਇਆ ਹੈਗਾ ਮਿਨੇਸੋਟਾ ਦੇ ਵਿੱਚ। ਹੰਡਰਡਸ ਐਂਡ ਥਾਊਜ਼ੈਂਡਸ ਆਫ ਲੋਕ ਕਹਿੰਦੇ ਵੀ ਇਕੱਠੇ ਹੋਏ ਸੀ ਹਜ਼ਾਰਾਂ ਦੀ ਗਿਣਤੀ ਦੇ ਵਿੱਚ। ਈਵਨ ਦੋ ਟੈਂਪਰੇਚਰ ਬਿਲੋ 0 ਡਿਗਰੀ ਸੀ। ਬਿਜ਼ਨੈਸਸ ਮੈਜੋਰਿਟੀ 'ਚ ਜਿਹੜੇ ਬੰਦ ਸੀਗੇ। 100 ਦੇ ਕਰੀਬ ਜਿਹੜੇ ਕਲਰਜੀ ਮੈਂਬਰਸ ਆ ਉਹਨਾਂ ਨੂੰ ਏਅਰਪੋਰਟ ਦੇ ਲਾਗੇ ਜਿਹੜੇ ਪ੍ਰੋਟੈਸਟ ਕਰ ਰਹੇ ਸੀ ਉੱਥੋਂ ਅਰੈਸਟ ਵੀ ਕਰ ਲਿਆ ਗਿਆ ਹੈਗਾ। ਜੀ। ਅਗਲੀ ਜਿਹੜੀ ਹਰਜੋਤ ਸਿੰਘ ਜੀ ਗੱਲ ਕਰਦੇ ਜਾਈਏ, ਇੱਕ ਕੈਲੀਫੋਰਨੀਆ ਅਧਿਕਾਰੀਆਂ ਨੇ ਅਲੈਗਜ਼ੈਂਡਰ ਸੂਫਰ ਨਾਂ ਦੇ ਬੰਦੇ ਨੂੰ ਗ੍ਰਿਫਤਾਰ ਕੀਤਾ ਆ। ਇਸ ਉੱਤੇ ਦੋਸ਼ ਆ ਵੀ ਟੈਨਸ ਆਫ ਮਿਲੀਅਨਸ ਆਫ ਟੈਕਸ ਪੇਅਰ ਡਾਲਰ ਉਸ ਦੀ ਇਸ ਨੇ ਚੂਨਾ ਲਾਇਆ ਆ ਕੈਲੀਫੋਰਨੀਆ ਨੂੰ। ਇਹ ਹੋਮਲੈਸ ਦੇ ਜਿਹੜੇ ਫੰਡ ਕਹਿੰਦੇ ਵੀ ਇਸ ਬੰਦੇ ਨੇ ਸੂਫਰ ਨੇ ਆਪਣੇ ਨਿੱਜੀ ਕੰਮਾਂ ਦੇ ਲਈ ਤੇ ਲਗਜ਼ਰੀ ਲਾਈਫ ਦੇ ਲਈ ਵਰਤ ਲਏ। ਮਲਟੀ ਮਿਲੀਅਨ ਡਾਲਰ ਲਾਸ ਐਂਜਲਸ ਦੇ ਘਰ ਨੂੰ ਰੇਡ ਕੀਤਾ ਅਥਾਰਟੀਜ਼ ਦੇ ਦੁਆਰਾ ਤੇ ਇਸ ਦੇ ਉੱਤੇ ਟੈਨਸ ਆਫ ਮਿਲੀਅਨਸ ਆਫ ਟੈਕਸ ਪੇਅਰ ਡਾਲਰਸ ਚੋਰੀ ਕਰਨ ਦੇ ਦੋਸ਼ ਜਿਹੜੇ ਉਹ ਹੈਗੇ ਆ। ਇੱਕ ਇਹਨੇ ਅਬੰਡੈਂਟ ਬਲੈਸਿੰਗ ਨਾਮ ਦੀ ਚੈਰਿਟੀ ਕਹਿੰਦੇ ਆ ਉਹ ਚਲਾਈ ਹੋਈ ਸੀ। ਇਹ ਐਗਜ਼ੈਕਟਿਵ ਡਾਇਰੈਕਟਰ ਸੀਗਾ ਜਿਸ ਨੂੰ ਸਰਕਾਰੀ ਫੰਡਿੰਗ ਮਿਲਦੀ ਰਹੀ ਆਪਣੇ ਕੰਮ ਦੇ ਲਈ। ਬਿਲ ਸਿਆਲੀ ਜਿਹੜੇ ਫਸਟ ਅਸਿਸਟੈਂਟ ਯੂਐਸ ਅਟਾਰਨੀ ਆ ਸੈਂਟਰਲ ਡਿਸਟ੍ਰਿਕਟ ਦੇ ਕੈਲੀਫੋਰਨੀਆ ਦੇ ਵਿੱਚ, ਉਹਨਾਂ ਨੇ ਨਿਊਜ਼ ਕਾਨਫਰੰਸ ਦੇ ਵਿੱਚ ਦੱਸਿਆ ਹੈਗਾ ਆ ਵਾਇਰ ਫਰਾਡ ਫੈਲਨੀ ਜਿਹਦੀ 20 ਸਾਲ ਦੀ ਸਜ਼ਾ ਹੋ ਸਕਦੀ ਆ, ਉਸ ਦੇ ਉੱਤੇ ਦੋਸ਼ ਲਗਾਏ ਆ। ਸਾਊਥ ਐਲਏ ਦੀ ਜਿਹੜੀ ਇਹ ਚੈਰਿਟੀ ਸੀਗੀ ਤੇ ਇਹਨੇ ਇਹ ਕਹਿ ਰਹੇ ਸੀਗੇ ਵੀ ਅਸੀਂ 72,000 ਜਿਹੜੇ ਹੋਮਲੈਸ ਲੋਕ ਜੋ ਗ੍ਰੇਟਰ ਲਾਸ ਐਂਜਲਸ ਏਰੀਆ ਦੇ ਵਿੱਚ ਰਹਿੰਦੇ ਆ ਉਹਨਾਂ ਨੂੰ ਰਿਹਾਇਸ਼ ਦੇ ਲਈ ਤੇ ਉਹਨਾਂ ਨੂੰ ਫੀਡ ਕਰਨ ਦੇ ਲਈ ਮਨੀ ਜਿਹੜੀ ਉਹ ਲਾਉਂਦੇ ਆ। 23 ਮਿਲੀਅਨ ਡਾਲਰ ਹਰਜੋਤ ਸਿੰਘ ਜੀ ਇਹਨਾਂ ਨੂੰ ਟੈਕਸ ਪੇਅਰ ਫੰਡਸ ਦੇ ਤੌਰ ਦੇ ਉੱਤੇ ਇਹੀ ਕੰਮ ਕਰਨ ਦੇ ਲਈ ਇਸ ਚੈਰਿਟੀ ਨੂੰ ਮਿਲਿਆ ਸੀ। ਕੈਲੀਫੋਰਨੀਆ ਦੇ ਵਿੱਚ ਆਲਰੇਡੀ ਰੌਲਾ ਜਿਹੜਾ ਉਹ ਚੱਲ ਰਿਹਾ। ਜੇਡੀ ਵੈਂਸ ਹੁਣਾਂ ਦੀ ਤੁਸੀਂ ਹੁਣੇ ਖਬਰ ਕੀਤੀ ਹੋਈ ਆ। ਰੌਲਾ ਪਹਿਲਾਂ ਵੀ ਪਿਛਲੇ ਸਾਲ 'ਚ ਵੀ ਕਾਫੀ ਪਿਆ ਵੀ 23 ਬਿਲੀਅਨ ਡਾਲਰ ਕੈਲੀਫੋਰਨੀਆ ਦਾ ਹੋਮਲੈਸਨੈਸ ਦਾ ਕੋਈ ਦਿਖਾਉਣ ਨੂੰ ਹੈ ਨਹੀਂ ਆ। ਹੁਣ ਜੇ ਇਦਾਂ ਦੀਆਂ ਚੈਰਿਟੀਜ਼ ਨੂੰ ਹਰਜੋਤ ਸਿੰਘ ਜੀ ਦਿੱਤਾ ਹੋਇਆ ਜਿਹਨੇ ਆਪਣੀਆਂ ਘਰ ਗੱਡੀਆਂ ਤੇ ਉਹਦੇ ਤੇ ਮਨੀ ਲਾਤੀ ਹੋਮਲੈਸਨੈਸ ਦੇ ਨਾਂ ਦੇ ਉੱਤੇ, ਤਾਂ ਫਿਰ ਤਾਂ ਵਾਕਈ ਬਹੁਤ ਵੱਡਾ ਜਿਹੜਾ ਫਰਾਡ ਆ ਵੀ ਇੱਥੇ ਨਿਕਲਣਾ ਹੈਗਾ ਆ। ਸੋ 7 ਮਿਲੀਅਨ ਡਾਲਰ ਦੀ ਡਾਊਨ ਪੇਮੈਂਟ ਕਹਿੰਦੇ ਵੀ ਇਸ ਮਨੀ ਦੇ ਨਾਲ ਇਸ ਸੁਪਰ ਨਾਂ ਦੇ ਬੰਦੇ ਨੇ ਜਿਹੜੀ ਉਹ ਦਿੱਤੀ। ਆਪਣੇ ਨਿਆਣਿਆਂ ਦੀ ਪ੍ਰਾਈਵੇਟ ਟਿਊਸ਼ਨ ਫੀਸ ਉਹ ਇਸ ਮਨੀ ਦੇ ਨਾਲ ਪੇ ਕਰ ਰਿਹਾ ਸੀ। $1.25 ਦੀ ਰੇਂਜ ਰੋਵਰ ਵੀ ਜਿਹੜੀ ਇਸ ਨੇ ਇਹੀ ਰਾਸ਼ੀ ਦੇ ਨਾਲ ਟੈਕਸ ਪੇਅਰ ਤੋਂ ਜਿਹੜੀ ਚੋਰੀ ਕੀਤੀ ਮਨੀ ਆ ਉਸ ਦੇ ਨਾਲ ਕਢਾਈ ਜਿਹੜੀ ਉਹ ਹੈਗੀ ਆ। ਤੇ ਆਪਣੇ ਲਗਜ਼ਰੀ ਘਰ ਦੇ ਵਿੱਚ ਕਹਿੰਦੇ ਵੀ ਉਹਨੇ ਅਪਗ੍ਰੇਡ ਵੀ ਇਸੇ ਹੀ ਰਾਸ਼ੀ ਦੇ ਨਾਲ ਜਿਹੜਾ ਉਹ ਕੀਤਾ ਸੀ ਤੇ ਹੁਣ ਜਿੰਦੇ ਲੱਗ ਗਏ ਆ। ਗੱਡੀ ਵੀ ਕਹਿੰਦੇ ਵੀ ਟੋ ਕਰਕੇ ਉਸ ਦੀ ਲੈ ਗਏ ਆ। ਸੋ ਹੋਮਲੈਸਨੈਸ ਦੇ ਨਾਂ ਦੇ ਉੱਤੇ ਬਹੁਤ ਧਾਂਦਲੀ ਜਿਹੜੀ ਉਹ ਹੋਈ ਆ, ਤਾਂ ਹੀ 23 ਬਿਲੀਅਨ ਡਾਲਰ ਦਾ ਰੌਲਾ ਪੈ ਰਿਹਾ। ਉਹਦੇ ਵਿੱਚੋਂ ਹੁਣ ਪਹਿਲਾ ਇੱਕ ਜਿਹੜਾ ਹਰਜੋਤ ਸਿੰਘ ਜੀ ਐਲਏ ਦੇ ਵਿੱਚੋਂ ਫੜਿਆ ਗਿਆ ਹੈਗਾ। ਪ੍ਰੈਜ਼ੀਡੈਂਟ ਟਰੰਪ ਉਹਨਾਂ ਦਾ ਉਹ ਰਿਮਾਰਕ ਜੋ ਨਾਟੋ ਟਰੂਪ ਦੇ ਸੰਬੰਧ ਦੇ ਵਿੱਚ ਅਫਗਾਨਿਸਤਾਨ ਜਦ ਲੜਾਈ ਚੱਲ ਰਹੀ ਸੀ ਉਹਦੇ ਨਾਟੋ ਦੇ ਬਹੁਤ ਸਾਰੇ ਮੈਂਬਰ ਅਪਸੈਟ ਹੋਏ ਆ। ਟਰੰਪ ਉਹਨਾਂ ਨੇ ਇਹ ਕਿਹਾ ਵੀ ਇਹ ਠੀਕ ਆ ਵੀ ਨਾਟੋ ਦੇ ਕੁਝ ਮੈਂਬਰਸ ਨੇ ਸਾਡੀ ਜਿਹੜਾ ਸਾਥ ਦਿੱਤਾ ਅਫਗਾਨਿਸਤਾਨ ਦੀ ਲੜਾਈ 'ਚ, ਪਰ ਉਹ ਕਹਿੰਦੇ ਵੀ ਫਰੰਟ ਲਾਈਨ ਤੋਂ ਪਿੱਛੇ ਰਹੇ ਹੈਗੇ ਆ। ਕਹਿੰਦੇ ਵੀ ਦੇ ਵਿਲ ਸੇ ਦੇ ਸੈਂਡ ਟਰੂਪਸ ਟੂ ਅਫਗਾਨਿਸਤਾਨ ਔਰ ਦਿਸ ਔਰ ਦੈਟ ਐਂਡ ਦੇ ਸਟੇਡ ਏ ਲਿਟਲ ਆਫ ਦਾ ਫਰੰਟ ਲਾਈਨਸ। ਸੋ ਇਹਨੂੰ ਦੇਖਦੇ ਹੋਏ 3500 ਦੇ ਕਰੀਬ ਅਮਰੀਕਨ ਤੇ ਨਾਟੋ ਦੇ ਟਰੂਪਸ ਦੀ ਮੌਤ ਹੋਈ ਸੀ
20 ਸਾਲਾਂ ਦੀ ਜਿਹੜੀ ਲੜਾਈ ਚੱਲੀ ਸੀ ਅਫਗਾਨਿਸਤਾਨ ਦੇ ਵਿੱਚ, ਜਿਹਦੇ ਵਿੱਚੋਂ 2500 ਅਮਰੀਕਨ ਸੀ, 457 ਬ੍ਰਿਟਿਸ਼, 158 ਕੈਨੇਡੀਅਨ, 90 ਫ੍ਰੈਂਚ, 60 ਜਰਮਨ, 64 ਡੇਨਸ। ਸੋ ਇਹ ਕਾਫੀ ਨੰਬਰ ਹੈਗਾ ਬਾਕੀ ਮੁਲਕਾਂ ਦੇ ਵੀ, ਇਨਕਲੂਡਿੰਗ ਜਿਹੜਾ ਸਾਡਾ ਮੁਲਕ ਅਮਰੀਕਾ ਦੇ ਵਿੱਚ। ਸੋ ਇਸ ਕਮੈਂਟ ਦੇ ਨਾਲ ਨਾਟੋ ਦੇ ਜਿਹੜੇ ਚੀਫ ਮਾਰਕ ਰੂਟੇ ਆ, ਉਹਨਾਂ ਨੇ ਇਹ ਕਿਹਾ ਵੀ ਇਹ ਗੱਲ ਠੀਕ ਨਹੀਂ ਹੈ ਜੋ ਪ੍ਰੈਜ਼ੀਡੈਂਟ ਟਰੰਪ ਉਹਨੀ ਕਹਿ ਰਹੇ ਆ ਵੀ ਸਾਡੇ ਤਾਂ ਸਾਰੇ ਮੁਲਕਾਂ ਦੇ ਜਿਹੜੇ ਟਰੂਪਸ ਹੈਗੇ ਆ ਉਹ ਮਰੇ ਹੈਗੇ ਫਰੰਟ ਦੇ ਉੱਤੇ ਲੜਾਈ ਕਰਕੇ। ਜੀ, ਯੂਕੇ ਵਾਲਾ ਪ੍ਰਿੰਸ ਵਿਲੀਅਮ ਵੀ ਇਸ ਚੀਜ਼ ਦੇ ਵਿੱਚ ਉਲਟ ਬੋਲਿਆ ਆ। ਉਹ ਕਹਿੰਦੇ ਵੀ ਮੈਂ ਤਾਂ ਆਪ ਯਾਰ ਉੱਥੇ ਗਿਆ ਸੀਗਾ, ਇਦਾਂ ਤਾਂ ਨਾ ਹੁਣ ਤੁਸੀਂ ਜਿਹੜਾ ਉਹ ਆਖੋ। ਸੋ ਸਨਸਨੀ ਜਿਹੜੀ ਆ, ਟਰੰਪ ਹੁਣੀ ਇਦਾਂ ਦੇ ਬਿਆਨ ਦੇ ਕੇ ਜ਼ਰੂਰ ਫੈਲਾ ਦਿੰਦੇ ਆ, ਗੱਲ ਦੇ ਵਿੱਚ ਕਈ ਵਾਰੀ ਉਹਨਾਂ ਦਮ ਨਹੀਂ ਹੁੰਦਾ। ਵਿੰਟਰ ਸਟਾਰਮ ਦੀਆਂ ਲਾਈਵ ਕੁਝ ਅਪਡੇਟਸ ਤੁਹਾਡੇ ਨਾਲ ਸਾਂਝੀਆਂ ਕਰਦੇ ਜਾਈਏ। 17 ਸੂਬਿਆਂ 'ਚ ਅਮਰੀਕਾ ਦੇ ਸਟੇਟ ਆਫ ਐਮਰਜੈਂਸੀ ਡਿਕਲੇਅਰ ਕੀਤੀ ਜਾ ਚੁੱਕੀ ਹੈਗੀ ਆ। ਨਿਊ ਮੈਕਸੀਕੋ ਤੋਂ ਲੈ ਕੇ ਨਾਰਥ ਈਸਟ, ਸਾਊਥ ਦੇ ਵਿੱਚ ਮੈਨੂੰ ਲੱਗਦਾ 20 ਤੋਂ 30 ਸੂਬੇ ਓਵਰਆਲ ਇਸ ਬਰਫ਼ਬਾਰੀ ਆਈਸੀ ਕੰਡੀਸ਼ਨਸ ਦੇ ਵਿੱਚ ਹੈਗੇ ਆ। ਟਰੰਪ ਹੁਣਾਂ ਨੇ ਬਿਆਨ ਜਿਹੜਾ ਉਹ ਦਿੱਤਾ, ਕਹਿੰਦੇ ਵੀ ਫੀਮਾ ਬਿਲਕੁਲ ਤਿਆਰ ਹੈਗੀ ਆ। ਕਿਤੇ 200 ਮਿਲੀਅਨ ਕਹਿ ਰਹੇ ਆ, ਕਿਤੇ 250 ਮਿਲੀਅਨ ਜਿਹੜਾ ਹਰਜੋਤ ਸਿੰਘ ਜੀ ਕਹਿ ਰਹੇ ਆ ਵੀ ਜਿਹੜਾ ਵੀਕਐਂਡ ਦੇ ਉੱਤੇ ਆ ਰਿਹਾ ਸਟਾਰਮ ਆ, ਉਹਦੇ ਵਿੱਚ ਲੋਕ ਇਸ ਤੋਂ ਪੀੜਤ ਜਿਹੜੇ ਉਹ ਹੋਣਗੇ। ਸਾਊਥ ਦੇ ਵਿੱਚ ਕਹਿੰਦੇ ਵੀ ਟੋਟਲੀ ਇੱਕ ਹਿਸਾਬ ਦੇ ਨਾਲ ਕੰਮ ਠੱਪ ਹੋ ਜਾਵੇਗਾ। ਲੋਕਾਂ ਦੀ ਆਪੋ ਮਾਰ ਜਿਹੜੀ ਆ, ਮਾਰ ਧਾੜ ਜਿਹੜੀ ਇੱਕ ਹਿਸਾਬ ਦੇ ਨਾਲ ਪਈ ਹੋਈ ਆ ਸਮਾਨ ਘਰਾਂ ਦੇ ਵਿੱਚ ਰੱਖਣ ਨੂੰ, ਜਿਹੜਾ ਉਹ ਲੈ ਕੇ 2300 ਫਲਾਈਟਸ ਆਲਰੇਡੀ ਕੱਲ ਦੇ ਦਿਨ ਦੇ ਲਈ, ਸੈਟਰਡੇ ਦੇ ਲਈ ਕੈਂਸਲ ਹੋ ਚੁੱਕੀਆਂ ਹੈਗੀਆਂ ਆ। ਸੋ ਜਿੱਥੇ ਟੈਕਸਸ ਹਮੇਸ਼ਾ ਹੀ ਸਨੀ ਟੈਕਸਸ ਦੇ ਵਜੋਂ ਆਪਾਂ ਜਾਣਦੇ ਆ, ਉੱਥੇ ਵੀ ਕਾਫੀ ਭਾਰੀ ਬਰਫ਼ਬਾਰੀ ਜਿਹੜੀ ਉਹ ਹੋਣ ਜਾ ਰਹੀ ਆ। ਸੋ ਵਿੰਟਰ ਸਟਾਰਮ ਇੰਨਾ ਕੁ ਜ਼ਿਆਦਾ ਜਿਹੜਾ ਹਰਜੋਤ ਸਿੰਘ ਜੀ ਤਗੜਾ ਆਉਣ ਵਾਲਾ ਆ, ਨਹੀਂ ਤਾਂ ਇਦਾਂ ਦੇ ਸਟਾਰਮ ਆਉਂਦੇ ਜਾਂਦੇ ਰਹਿੰਦੇ ਆ। ਟਰੰਪ ਹੁਣਾਂ ਦੇ ਕਦੀ ਬਿਆਨ ਆਪਾਂ ਇਸ ਬਾਬਤ ਘੱਟ ਸੁਣੇ ਆ, ਪਰ ਉਹਨਾਂ ਨੂੰ ਪਤਾ ਵੀ ਇਸ ਵਾਰ ਕਾਫੀ ਜ਼ਿਆਦਾ ਪ੍ਰੋਬਲਮ ਜਿਹੜੀ ਉਹ ਆ ਸਕਦੀ ਆ। ਲੋਕਾਂ ਦਾ ਨੁਕਸਾਨ ਵੀ ਜਿਹੜਾ ਇਸ ਦੇ ਵਿੱਚ ਹੋ ਸਕਦਾ ਆ, ਜਾਨੀ ਮਾਲੀ ਨੁਕਸਾਨ ਹੋਣ ਦਾ ਵੀ ਖਤਰਾ ਜਿਹੜਾ ਇਸ ਦੇ ਵਿੱਚ ਬਣਿਆ ਪਿਆ ਆ। ਸੋ ਅੱਧੇ ਤੋਂ ਜ਼ਿਆਦਾ ਜਿਹੜੀ ਪਾਪੂਲੇਸ਼ਨ, 1/3 2/3 ਪਾਪੂਲੇਸ਼ਨ ਅਮਰੀਕਾ ਦੀ ਇਸ ਟਾਈਮ ਵਿੰਟਰ ਵਾਰਨਿੰਗਸ ਦੇ ਅੰਡਰ ਜਿਹੜੀ ਉਹ ਆਈ ਆ। 17 ਸੂਬਿਆਂ ਨੇ ਜਿਹੜੀ ਹਰਜੋਤ ਸਿੰਘ ਜੀ ਸਟੇਟ ਆਫ ਐਮਰਜੈਂਸੀ ਜਿਹੜੀ ਘੋਸ਼ਿਤ ਕਰ ਦਿੱਤੀ ਆ, ਆਉਂਦੇ ਜਿਹੜੇ ਇਸ ਵੀਕਐਂਡ ਦੇ ਉੱਤੇ ਸਟਾਰਮ ਨੂੰ ਲੈ ਕੇ। ਜੀ, ਅਗਲੀ ਖਬਰ ਬੇ ਏਰੀਏ ਦੇ ਵਿੱਚ ਸਰੋਤਿਆਂ ਨੂੰ ਯਾਦ ਹੋਊਗਾ, ਹਾਫ ਮੂਨ ਵੇ ਵਾਲਾ ਜਿਹੜਾ ਸ਼ਹਿਰ ਆ, ਉੱਥੇ 3 ਸਾਲ ਪਹਿਲਾਂ ਮਾਸ ਸ਼ੂਟਿੰਗ ਹੋਈ ਸੀ ਫਾਰਮ ਵਰਕਰਸ ਦੀ, ਜਿੱਥੇ 7 ਜਾਣਿਆਂ ਦੀ ਜਿਹੜੀ ਆ ਮੌਤ ਹੋ ਗਈ ਸੀ। ਪੈਡਰੋ ਪ੍ਰੇਜ਼ ਇੱਕ ਫਾਰਮ ਵਰਕਰ ਆ, ਉਹਨੂੰ ਉਸ ਟਾਈਮ ਦੇ ਉੱਤੇ ਸੱਟਾਂ ਲੱਗ ਗਈਆਂ ਸੀ, ਉਹ ਜ਼ਖਮੀ ਹੋ ਗਿਆ ਸੀ ਗੋਲੀਆਂ ਦੇ ਨਾਲ, ਪਰ ਸਰਵਾਈਵ ਹੋ ਗਿਆ ਉਹ ਸ਼ੂਟਿੰਗ ਦੇ ਵਿੱਚ। ਉਹਨੇ ਟਰਾਂਸਲੇਟਰ ਦੇ ਥਰੂ ਦੱਸਿਆ ਵੀ ਮੈਂ ਤਾਂ ਹਰ ਰੋਜ਼ ਹਰ ਸਾਲ ਇਹ ਯਾਦ ਕਰਦਾ, ਮੇਰਾ ਭਰਾ ਵੀ ਇੱਕ ਉਹਦੇ ਵਿੱਚ ਮਰ ਗਿਆ ਸੀ, ਤੇ ਇਹ ਸਾਡੇ ਲਈ ਬਹੁਤ ਡਿਫਿਕਲਟ ਦਿਨ ਹੈਗਾ ਆ। 3 ਸਾਲ ਹੋ ਗਿਆ ਕਹਿੰਦੇ ਵੀ ਮੇਰੇ ਭਰਾ ਨੂੰ ਮੌਤ ਜਦੋਂ ਹੋਈ ਸੀ, ਤੇ ਉਹ ਤੋਂ ਬਿਨਾਂ ਜਿਹੜਾ ਆ ਸਾਡਾ ਸਾਰਾ ਪਰਿਵਾਰ ਬਹੁਤ ਔਖਾ ਹੈਗਾ। ਇਸ ਮਾਸ ਸ਼ੂਟਿੰਗ ਦੇ ਵਿੱਚ ਇਹ ਪਤਾ ਚੱਲਿਆ ਸੀ ਵੀ ਜਿਹੜੇ ਫਾਰਮ ਵਰਕਰਸ ਦੀ ਲਿਵਿੰਗ ਕੰਡੀਸ਼ਨ ਆ ਉਹ ਬਹੁਤ ਹੀ ਉੱਥੇ ਬੈਡ ਸੀਗੀ। ਉਹਨਾਂ ਨੂੰ ਮੋਬਲ ਹੋਮਸ ਰੱਖਿਆ ਗਿਆ ਸੀ, ਜਿੱਥੇ ਨਾ ਤਾਂ ਟਾਇਲਟਸ ਦਾ ਕਿਸੇ ਤਰ੍ਹਾਂ ਦਾ ਪ੍ਰਬੰਧ ਸੀ, ਨਾ ਹੀਟ ਦਾ, ਨਾ ਹੀ ਕਿਸੇ ਤਰ੍ਹਾਂ ਦਾ ਏਸੀ ਦਾ। ਸੋ ਅੱਜ 3 ਸਾਲ ਹੋ ਗਏ ਆ ਉਸ ਸ਼ੂਟਿੰਗ ਹੋਈ ਨੂੰ। ਹਰਜੋਤ ਸਿੰਘ ਜੀ, ਫ੍ਰੈਜ਼ਨੋ ਦੀ ਇੱਕ ਵੀਡੀਓ ਅੱਜ ਬਹੁਤ ਜ਼ਿਆਦਾ ਘੁੰਮ ਰਹੀ ਆ, ਜਿਹਦੇ ਵਿੱਚ ਕਹਿੰਦੇ ਵੀ ਇੱਕ ਬੰਦਾ ਫ੍ਰੀਵੇ ਨੂੰ ਕ੍ਰਾਸ ਕਰਦਾ ਦੌੜਦਾ ਹੋਇਆ ਭੱਜਦਾ ਨਜ਼ਰ ਆ ਰਿਹਾ, ਜਿਹਦੇ ਵਿੱਚ ਇਹ ਦਾਅਵਾ ਕੀਤਾ ਜਾ ਰਿਹਾ ਵੀ ਆਈਸ ਤੇ ਟ੍ਰੈਫਿਕ ਸਟਾਪ ਤੋਂ ਬਚਦਾ ਜਿਹੜਾ ਹੋਇਆ। ਉੱਦਾਂ ਫ੍ਰੈਜ਼ਨੋ ਤੇ ਕਲੋਵਿਸ ਦੀ ਪੁਲਿਸ ਨੇ ਕਿਹਾ ਵੀ ਆਈਸ ਦੀ ਕੋਈ ਐਕਟੀਵਿਟੀ ਦੇ ਵਿੱਚ ਜ਼ਿਆਦਾ ਵਾਧਾ ਨਹੀਂ ਹੋਇਆ ਜਿਹਦੇ ਬਾਰੇ ਸਾਨੂੰ ਜਿਹੜਾ ਉਹ ਪਤਾ ਹੋਵੇ। ਪਰ ਜਿੱਦਾਂ ਸਵੇਰੇ ਵੀ ਤੁਸੀਂ ਦੱਸਿਆ ਸੀ, ਕਈ ਲੋਕ ਟ੍ਰੈਫਿਕ ਸਟਾਪਸ ਦੇ ਵਿੱਚ, ਆਈਸ ਦੇ ਟ੍ਰੈਫਿਕ ਸਟਾਪ ਦੇ ਵਿੱਚ ਉਹਨਾਂ ਨੂੰ ਡਿਟੇਨ ਵੀ ਜਿਹੜਾ ਉਹ ਕੀਤਾ ਗਿਆ। ਫ੍ਰੈਜ਼ਨੋ ਦੇ ਵਿੱਚ ਆਈਸ ਦਾ ਵੈਸੇ ਹੀ ਇੱਕ ਸੈਂਟਰ ਹੈਗਾ ਜਿੱਥੇ ਲੋਕ ਹਾਜ਼ਰੀ ਲਵਾਉਣ ਦੇ ਲਈ ਜਾਂਦੇ ਆ। ਉੱਥੋਂ ਪਹਿਲਾਂ ਵੀ ਕਾਫੀ ਲੋਕ ਜਿਹੜੇ ਆ ਉਹ ਡਿਟੇਨ ਕੀਤੇ ਜਿਹੜੇ ਉਹ ਜਾ ਚੁੱਕੇ ਹੈਗੇ ਆ। ਪਰ ਫ੍ਰੈਜ਼ਨੋ ਦੀ ਇਹ ਜਿਹੜੀ ਵੀਡੀਓ ਹਰਜੋਤ ਸਿੰਘ ਜੀ ਕਾਫੀ ਇਸ ਟਾਈਮ ਕਹਿ ਲਓ ਵੀ ਵਾਇਰਲ ਜਿਹੜੀ ਉਹ ਹੋ ਰਹੀ ਆ, ਜਿਸ ਦੇ ਵਿੱਚ ਇਹ ਦਾਅਵਾ ਆ ਵੀ ਆਈਸ ਦੇ ਟ੍ਰੈਫਿਕ ਸਟਾਪ ਤੋਂ ਜਿਹੜਾ ਉਹ ਬੰਦਾ ਆ ਉਹ ਦੌੜਦਾ ਹੋਇਆ ਫ੍ਰੀਵੇ ਨੂੰ ਕ੍ਰਾਸ ਕਰ ਰਿਹਾ ਹੈਗਾ ਆ। ਜੀ, ਕੈਲੀਫੋਰਨੀਆ ਦੇ ਬੇ ਏਰੀਏ ਦੇ ਸ਼ਹਿਰ ਸੈਨ ਹੋਜ਼ੇ ਦੇ ਵਿੱਚ ਵੀ ਅੱਜ ਕਾਫੀ ਵੱਡਾ ਜੋ ਪ੍ਰੋਟੈਸਟ ਹੋਇਆ ਆ ਆਈਸ ਦੇ ਉਲਟ।
ਤੇ ਲੋਕ ਇਸ ਪ੍ਰੋਟੈਸਟ ਦੇ ਵਿੱਚ ਕਹਿ ਰਹੇ ਸੀ ਕਿ ਬੇ ਏਰੀਏ ਦੇ ਸ਼ਹਿਰਾਂ ਦੇ ਵਿੱਚ ਆਈਸ ਨਹੀਂ ਹੋਣੀ ਚਾਹੀਦੀ। ਹਾਲਾਂਕਿ ਕਈ ਬੇ ਏਰੀਏ ਦੇ ਜਿਹੜੇ ਸ਼ਹਿਰ ਆ ਉਹਨਾਂ ਨੇ ਪਬਲਿਕ ਜਿਹੜੀਆਂ ਪਲੇਸਿਸ ਜਿਹੜੀਆਂ ਹੈਗੀਆਂ ਜਾਂ ਜਿਹੜੇ ਪਾਰਕਸ ਜਾਂ ਪਾਰਕਿੰਗ ਸਪੇਸਿਸ ਹੈਗੀਆਂ ਆ ਗਵਰਨਮੈਂਟ ਦੀਆਂ ਸਿਟੀ ਦੀਆਂ, ਉੱਥੇ ਉਹਨਾਂ ਨੇ ਇਹ ਕਿਹਾ ਸੀ ਵੀ ਅਸੀਂ ਆਈਸ ਵਾਲਿਆਂ ਨੂੰ ਇੱਥੇ ਜਿਹੜਾ ਆ ਕਿਸੇ ਤਰ੍ਹਾਂ ਦੀ ਜਗ੍ਹਾ ਨਹੀਂ ਦੇਵਾਂਗੇ ਤੇ ਨਾ ਹੀ ਜਿਹੜੀ ਸਾਡੀ ਪੁਲਿਸ ਆ ਉਹਨਾਂ ਦਾ ਸਾਥ ਦਊਗੀ। ਬੇ ਏਰੀਏ ਦੇ ਰੈਜ਼ੀਡੈਂਟਸ ਵੱਡੀ ਗਿਣਤੀ 'ਚ ਇਸ ਕਰਕੇ ਇਕੱਠੇ ਹੋਏ ਜੋ ਕੁਝ ਮਿਨੇਸੋਟਾ ਦੇ ਵਿੱਚ ਵਾਪਰ ਰਿਹਾ ਹੈਗਾ ਉਸ ਨੂੰ ਲੈ ਕੇ। ਅੱਜ 4th ਸਟਰੀਟ ਤੇ ਮਿਸ਼ਨ ਸੈਨ ਫਰਾਂਸਿਸਕੋ ਦੇ ਵਿੱਚ ਕਾਫੀ ਵੱਡਾ ਇਕੱਠ ਸੀ ਜੋ ਮਿਨੇਸੋਟਾ 'ਚ ਲੋਕ ਪ੍ਰੋਟੈਸਟ ਕਰ ਰਹੇ ਕਿਉਂਕਿ ਉੱਥੇ ਤਾਂ ਅੱਜ ਉਹਨਾਂ ਨੇ ਪੂਰਾ ਸ਼ਟਡਾਊਨ ਕੀਤਾ ਸੀ। ਬਿਜ਼ਨੈਸਸ ਬੰਦ ਸੀ। ਹਜ਼ਾਰਾਂ ਦੀ ਗਿਣਤੀ 'ਚ ਉੱਥੇ ਇਕੱਠ ਹੋਇਆ ਤੇ ਇਸੇ ਤਰ੍ਹਾਂ ਟਾਰਗੇਟ ਦੇ ਬਾਹਰ 4th ਤੇ ਮਿਸ਼ਨ ਸਟਰੀਟ ਜੋ ਸੈਨ ਫਰਾਂਸਿਸਕੋ 'ਚ ਆ ਉੱਥੇ ਬਹੁਤ ਵੱਡਾ ਜਿਹੜਾ ਅੱਜ ਪ੍ਰੋਟੈਸਟ ਹੋਇਆ ਹੈਗਾ ਤੇ ਆਈਸ ਜਿਹੜੀ ਆ ਉਹ ਸ਼ਹਿਰਾਂ ਦੇ ਵਿੱਚ ਨਹੀਂ ਹੋਣੀ ਚਾਹੀਦੀ। ਜੀ। ਸਮਾਂ ਪ੍ਰੋਗਰਾਮ ਦਾ ਜਿਹੜਾ ਹਰਜੋਤ ਸਿੰਘ ਜੀ ਸਮਾਪਤ ਹੈ। ਜਾਣ ਤੋਂ ਪਹਿਲਾਂ ਮਾਰਕੀਟਸ ਦਾ ਜੇ ਹਾਲ ਦੱਸਦੇ ਜਾਈਏ, ਡਾਓ ਜੋਨ ਅੱਜ 200 ਤੇ 85 ਪੁਆਇੰਟ ਘਟ ਕੇ 49,399 ਦੇ ਉੱਤੇ ਬੰਦ ਹੋਇਆ। S&P 2 ਪੁਆਇੰਟ ਵੱਧ ਕੇ 6915, ਨੈਸਡੈਕ 65 ਪੁਆਇੰਟ ਵੱਧ ਕੇ 23,501, ਸੋਨੇ ਦਾ ਭਾਅ $4983 ਪ੍ਰਤੀ ਆਉਂਸ, ਕੱਚੇ ਤੇਲ ਦੀ ਕੀਮਤ $61 ਪ੍ਰਤੀ ਬੈਰਲ, 10-year yield 4.23%, ਕ੍ਰਿਪਟੋ ਕਰੰਸੀ 'ਚ ਬਿਟਕੋਇਨ 99,432 ਤੇ ਇਥੀਰੀਅਮ 2953 US ਦੇ ਬਰਾਬਰ ਚੱਲ ਰਿਹਾ। ਅੱਜ ਗੋਲਡ ਥੋੜਾ ਜਿਹਾ ਡਾਊਨ ਗਿਆ ਹੈਗਾ $4988 ਦੇ ਉੱਤੇ ਕਿਉਂਕਿ ਯੂਐਸ ਦਾ ਡਾਲਰ ਕ੍ਰੈਸ਼ ਹੋਇਆ ਜੈਨ ਇੰਟਰਵੈਂਸ਼ਨ ਰਿਊਮਰਸ ਦੇ ਸਬੰਧ ਦੇ ਵਿੱਚ ਗੋਲਡ 1% ਦੇ ਕਰੀਬ ਜੋ ਆ ਉਹ ਡਾਊਨ ਗਿਆ ਹੈਗਾ। ਤੇ ਜੇ ਕਰੰਸੀ ਦੀ ਗੱਲ ਕਰਦੇ ਜਾਈਏ ਯੂਐਸ ਦੇ $1 ਦੇ ਬਰਾਬਰ ਕੈਨੇਡਾ ਦੇ $1 ਤੇ 38 ਸੈਂਟ ਰਹੇ ਆ ਤੇ ਪਾਕਿਸਤਾਨ ਦੇ $1 ਦੇ ਬਰਾਬਰ 279 ਰੁਪਏ ਤੇ 99 ਪੈਸੇ ਤੇ ਇੰਡੀਆ ਦੇ $1 ਦੇ ਬਰਾਬਰ 91 ਰੁਪਏ ਤੇ 60 ਪੈਸੇ। ਇੱਥੇ ਪ੍ਰੋਗਰਾਮ ਦੀ ਸਮਾਪਤੀ ਮੇਰੇ ਰਾਜਕਨਵੀਰ ਸਿੰਘ ਵੱਲੋਂ ਤੇ ਹਰਜੋਤ ਸਿੰਘ ਵੱਲੋਂ ਸਭ ਨੂੰ ਪਿਆਰ ਸਤਿਕਾਰ ਸੈਨਿਕ ਕੀ ਜਾਈ ਸਤਿ ਸ੍ਰੀ ਅਕਾਲ। ਸਤਿ ਸ੍ਰੀ ਅਕਾਲ। ਜਿਹਦੇ ਵਾਸਤੇ ਰਹੋ, ਹੱਸਦੇ ਖੇਲਦੇ ਰਹੋ, ਸੁਣਦੇ ਰਹੋ, ਦੇਖਦੇ ਰਹੋ ਪੰਜਾਬੀ ਰੇਡੀਓ US।